ਮੈਂ ਮੂੰਹ ਲਪੇਟ ਕੇ ਕਮਰੇ ਵਿੱਚ ਪਈ ਸੀ। ਮੇਰਾ ਮਨ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ। ਇੰਨੇ ਵਿੱਚ ਪਾਪਾ ਕਮਰੇ ਵਿੱਚ ਆਏ ਅਤੇ ਕਹਿਣ ਲੱਗੇ, ਪਾਇਲ ਬੇਟੀ, ਤੂੰ ਕਿਉਂ ਛੋਟੀਆਂ-ਛੋਟੀਆਂ ਗੱਲਾਂ 'ਤੇ ਆਪਣਾ ਮਨ ਖਰਾਬ ਕਰ ਲੈਂਦੀ ਹੈ? ਵਿਆਹ ਹੀ ਤਾਂ ਕਰਨਾ ਹੈ, ਅਜਿਹੀ ਕਿਹੜੀ ਔਖੀ ਗੱਲ ਹੈ। ਚੱਲ ਹੁਣ ਇਹ ਗੋਲੀਆਂ ਖਾ ਲੈ, ਦੇਖੀ ਕਿੰਨੀ ਜਲਦੀ ਤੇਰਾ ਵਿਆਹ ਹੋ ਜਾਵੇਗਾ। ਮੈਂ ਅਜੀਬ ਜਿਹੀਆਂ ਨਜ਼ਰਾਂ ਨਾਲ ਪਾਪਾ ਵੱਲ ਵੇਖਿਆ। ਭਲਾ ਇਹਨਾਂ ਨੀਲੀਆਂ ਪੀਲੀਆਂ ਗੋਲੀਆਂ ਦਾ ਮੇਰੇ ਵਿਆਹ ਨਾਲ ਕੀ ਸੰਬੰਧ ਸੀ? ਪਾਪਾ ਨੇ ਮੈਨੂੰ ਜ਼ਬਰਦਸਤੀ ਉਠਾ ਕੇ ਬਿਠਾ ਦਿੱਤਾ ਅਤੇ ਕਹਿਣ ਲੱਗੇ, ਇੰਨਾ ਸੋਚਣ ਦੀ ਕੀ ਜ਼ਰੂਰਤ ਹੈ? ਮੈਂ ਤੇਰਾ ਬਾਪ ਹਾਂ, ਤੇਰੇ ਲਈ ਜੋ ਵੀ ਕਰਾਂਗਾ ਸੋਚ ਸਮਝ ਕੇ ਹੀ ਕਰਾਂਗਾ। ਇਹ ਗੋਲੀਆਂ ਵੀ ਤੇਰੇ ਵਿਆਹ ਲਈ ਹੀ ਹਨ। ਪਾਪਾ ਦੀ ਗੱਲ ਮੇਰੇ ਸਿਰ ਦੇ ਉੱਪਰੋਂ ਦੀ ਲੰਘ ਗਈ ਸੀ, ਪਰ ਪਾਪਾ ਦੇ ਅੱਗੇ ਮੇਰੀ ਕੋਈ ਪੇਸ਼ ਚੱਲਦੀ ਹੀ ਨਹੀਂ ਸੀ। ਇਸ ਲਈ ਮੈਂ ਚੁੱਪਚਾਪ ਉਹ ਗੋਲੀਆਂ ਖਾ ਲਈਆਂ। ਮੈਂ ਪਾਪਾ ਨੂੰ ਪੁੱਛਿਆ ਕਿ ਇਹ ਕਿਸ ਚੀਜ਼ ਦੀਆਂ ਗੋਲੀਆਂ ਹਨ ਅਤੇ ਤੁਸੀਂ ਕਿੱਥੋਂ ਲੈ ਕੇ ਆਏ ਹੋ? ਤਾਂ ਪਾਪਾ ਨੇ ਮੇਰੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਮੈਨੂੰ ਆਪਣੇ ਪੁਰਾਣੇ ਕਿੱਸੇ ਸੁਣਾਉਣੇ ਸ਼ੁਰੂ ਕਰ ਦਿੱਤੇ। ਮੈਂ ਨਾ ਚਾਹੁੰਦੇ ਹੋਏ ਵੀ ਪਾਪਾ ਦੀਆਂ ਗੱਲਾਂ ਸੁਣ ਰਹੀ ਸੀ। ਪਤਾ ਨਹੀਂ ਮੇਰੀ ਕਿਸਮਤ ਵਿੱਚ ਕੀ ਲਿਖਿਆ ਸੀ। 38 ਸਾਲ ਦੀ ਉਮਰ ਵਿੱਚ ਵੀ ਮੈਂ ਆਪਣੇ ਬਾਪ ਦੇ ਘਰ ਵਿੱਚ ਹੀ ਬੈਠੀ ਸੀ, ਜਦੋਂ ਕਿ ਮੇਰੀ ਉਮਰ ਦੀਆਂ ਸਾਰੀਆਂ ਕੁੜੀਆਂ ਹੁਣ ਤੱਕ 4-4 ਬੱਚਿਆਂ ਦੀਆਂ ਮਾਵਾਂ ਬਣ ਚੁੱਕੀਆਂ ਸਨ। ਮੈਂ ਤਾਂ ਜੇਕਰ ਵਿਆਹ ਵਿੱਚ ਵੀ ਜਾਂਦੀ ਤਾਂ ਇੱਕ ਕੋਨੇ ਵਿੱਚ ਲੁਕ ਕੇ ਬੈਠ ਜਾਂਦੀ ਸੀ। ਲੋਕਾਂ ਦੀਆਂ ਚੁੱਭਦੀਆਂ ਨਜ਼ਰਾਂ ਅਤੇ ਸਵਾਲ ਮੈਨੂੰ ਚੈਨ ਨਹੀਂ ਲੈਣ ਦਿੰਦੇ ਸਨ। ਹੁਣ ਤੱਕ ਪਤਾ ਨਹੀਂ ਕਿੰਨੇ ਲੋਕ ਰਿਸ਼ਤਾ ਲੈ ਕੇ ਸਾਡੇ ਘਰ ਆ ਚੁੱਕੇ ਸਨ, ਪਰ ਜਾਣ ਤੋਂ ਪਹਿਲਾਂ ਉਹ ਮਨਾ ਕਰਨਾ ਨਹੀਂ ਭੁੱਲਦੇ ਸਨ। ਕਦੇ ਮੈਂ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖਦੀ ਤਾਂ ਕਦੇ ਆਪਣੇ ਵਾਲਾਂ ਵਿੱਚ ਉਤਰ ਆਈ ਚਾਂਦੀ ਨੂੰ ਮਹਿਸੂਸ ਕਰਕੇ ਹੰਝੂ ਵਹਾਉਣ ਲੱਗਦੀ। ਕਦੇ-ਕਦੇ ਮੈਂ ਪਾਪਾ ਨਾਲ ਜਿੱਦ ਕਰਕੇ ਬੈਠ ਜਾਂਦੀ ਕਿ ਉਹ ਕਿਸੇ ਨਾਲ ਵੀ ਮੇਰਾ ਰਿਸ਼ਤਾ ਕਰ ਦੇਣ। ਹੁਣ ਮੈਂ ਇਸ ਘਰ ਵਿੱਚ ਹੋਰ ਨਹੀਂ ਰਹਿਣਾ ਚਾਹੁੰਦੀ ਸੀ। ਹਰ ਕੁੜੀ ਦੀ ਤਰ੍ਹਾਂ ਮੇਰੀ ਵੀ ਇੱਛਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਮਰਦ ਹੋਵੇ ਜਿਸ ਨੂੰ ਮੈਂ ਆਪਣਾ ਕਹਿ ਸਕਾਂ, ਉਸ ਨਾਲ ਆਪਣਾ ਦੁੱਖ ਸੁੱਖ ਵੰਡਾ ਸਕਾਂ। ਮੇਰੀ ਜ਼ਿੰਦਗੀ ਵਿੱਚ ਮੇਰੇ ਬੁੱਢੇ ਬਾਪ ਦੇ ਸਿਵਾਏ ਹੋਰ ਕੋਈ ਨਹੀਂ ਸੀ ਅਤੇ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਇਨਸਾਨ ਆਪਣੇ ਮਾਂ-ਬਾਪ ਨਾਲ ਨਹੀਂ ਬਲਕਿ ਜੀਵਨ ਸਾਥੀ ਨਾਲ ਕਰਦਾ ਹੈ, ਪਰ ਉਹ ਜੀਵਨ ਸਾਥੀ ਸ਼ਾਇਦ ਮੇਰੀ ਕਿਸਮਤ ਵਿੱਚ ਲਿਖਿਆ ਹੀ ਨਹੀਂ ਗਿਆ ਸੀ। ਮੈਂ ਹੁਣ ਇਹਨਾਂ ਹਾਲਾਤਾਂ ਤੋਂ ਤੰਗ ਆ ਚੁੱਕੀ ਸੀ। ਮੈਂ ਜਦੋਂ ਵੀ ਪਾਪਾ ਨਾਲ ਵਿਆਹ ਦੀ ਗੱਲ ਕਰਦੀ ਜਾਂ ਕੋਈ ਰਿਸ਼ਤੇ ਵਾਲਾ ਮਨਾ ਕਰਕੇ ਜਾਂਦਾ ਤਾਂ ਪਾਪਾ ਉਹੀ 7 ਗੋਲੀਆਂ ਲੈ ਕੇ ਮੇਰੇ ਕੋਲ ਆ ਜਾਂਦੇ ਅਤੇ ਗੋਲੀਆਂ ਖਿਲਾ ਕੇ ਕਹਿੰਦੇ ਕਿ ਦੇਖੀ ਜਲਦੀ ਹੀ ਤੇਰਾ ਵਿਆਹ ਹੋ ਜਾਵੇਗਾ। ਕਦੇ-ਕਦੇ ਤਾਂ ਮੈਨੂੰ ਲੱਗਦਾ ਕਿ ਉਮਰ ਦੇ ਨਾਲ-ਨਾਲ ਪਾਪਾ ਦਾ ਦਿਮਾਗ ਵੀ ਖਰਾਬ ਹੋ ਗਿਆ ਹੈ। ਭਲਾ ਗੋਲੀਆਂ ਖਾਣ ਨਾਲ ਕਿਸੇ ਦਾ ਵਿਆਹ ਕਿਵੇਂ ਹੋ ਸਕਦਾ ਹੈ? ਉਹਨਾਂ ਗੋਲੀਆਂ ਦੇ ਆਸਰੇ 5 ਸਾਲ ਹੋਰ ਗੁਜ਼ਰ ਚੁੱਕੇ ਸਨ। ਫਿਰ ਇੱਕ ਦਿਨ ਮੇਰੇ ਲਈ ਸ਼ਹਿਰ ਦੇ ਇੱਕ ਵੱਡੇ ਵਕੀਲ ਦਾ ਰਿਸ਼ਤਾ ਆਇਆ, ਜਿਸ ਦੀ ਪਤਨੀ ਦਾ ਸਵਰਗਵਾਸ ਹੋ ਚੁੱਕਿਆ ਸੀ ਅਤੇ ਉਸ ਦੀ ਇੱਕ ਬੇਟੀ ਵੀ ਸੀ। ਮੈਂ ਪਾਪਾ ਨੂੰ ਕਿਹਾ ਕਿ ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਮੇਰਾ ਵਿਆਹ ਇੱਥੇ ਕਰ ਦਿਓ। ਪਰ ਪਾਪਾ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਕਿਸੇ ਵਿਆਹੇ ਹੋਏ ਮਰਦ ਨਾਲ ਮੇਰਾ ਰਿਸ਼ਤਾ ਹਰਗਿਜ਼ ਨਹੀਂ ਕਰਨਗੇ। ਪਾਪਾ ਦੀ ਇਸ ਗੱਲ 'ਤੇ ਮੈਨੂੰ ਬਹੁਤ ਗੁੱਸਾ ਆਇਆ ਸੀ। ਮੈਂ ਹੁਣ ਕੋਈ 19-20 ਸਾਲ ਦੀ ਜਵਾਨ ਕੁੜੀ ਤਾਂ ਨਹੀਂ ਰਹੀ ਸੀ ਜੋ ਮੇਰੇ ਲਈ ਮਨਪਸੰਦ ਰਿਸ਼ਤੇ ਆਉਂਦੇ। ਪਾਪਾ ਦੀਆਂ ਖੁਆਇਸ਼ਾਂ ਅਤੇ ਜਿੱਦ ਨੇ ਮੇਰੀ ਉਮਰ ਕੱਢ ਦਿੱਤੀ ਸੀ, ਪਰ ਪਾਪਾ ਨੂੰ ਹਲੇ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ। ਮੈਂ ਗੁੱਸੇ ਵਿੱਚ ਵਾਪਸ ਆਪਣੇ ਕਮਰੇ ਵਿੱਚ ਆ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਕੁਝ ਦੇਰ ਬਾਅਦ ਪਾਪਾ ਕਮਰੇ ਦਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਉਣ ਲੱਗੇ ਤਾਂ ਮੈਨੂੰ ਦਰਵਾਜ਼ਾ ਖੋਲ੍ਹਣਾ ਹੀ ਪਿਆ, ਪਰ ਮੈਂ ਸੋਚ ਲਿਆ ਸੀ ਕਿ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਮੰਨਾਂਗੀ। ਪਾਪਾ ਕਮਰੇ ਵਿੱਚ ਆ ਕੇ ਮੈਨੂੰ ਪਿਆਰ ਨਾਲ ਸਮਝਾਉਣ ਲੱਗੇ ਕਿ ਮੈਂ ਇੰਨਾ ਰੌਲਾ ਨਾ ਪਾਵਾਂ। ਮੇਰੀ ਕਿਸਮਤ ਵਿੱਚ ਬਹੁਤ ਚੰਗਾ ਮੁੰਡਾ ਲਿਖਿਆ ਹੈ। ਮੈਂ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਕਿਹਾ ਕਿ ਉਹ ਚੰਗਾ ਮੁੰਡਾ ਕਦੋਂ ਆਵੇਗਾ? ਜਦੋਂ ਮੈਂ ਬੁੱਢੀ ਹੋ ਜਾਵਾਂਗੀ, ਕਿਉਂਕਿ ਅੱਧੀ ਉਮਰ ਤਾਂ ਮੇਰੀ ਲੰਘ ਹੀ ਚੁੱਕੀ ਹੈ। ਪਾਪਾ ਨੇ ਉਹੀ 7 ਗੋਲੀਆਂ ਅਤੇ ਦੁੱਧ ਦਾ ਗਲਾਸ ਮੇਰੇ ਅੱਗੇ ਰੱਖ ਦਿੱਤਾ ਤੇ ਕਹਿਣ ਲੱਗੇ, ਇਸ ਨੂੰ ਪੀ ਲੈ, ਫਿਰ ਦੇਖੀ ਤੈਨੂੰ ਇੱਕ ਚੰਗਾ ਮੁੰਡਾ ਕਿਵੇਂ ਮਿਲਦਾ ਹੈ। ਮੈਂ ਪਾਪਾ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਹੁਣ ਮੈਂ ਇਹ ਗੋਲੀਆਂ ਨਹੀਂ ਲਵਾਂਗੀ। ਮੈਂ ਜਦੋਂ ਵੀ ਵਿਆਹ ਦਾ ਨਾਮ ਲਿਆ ਹੈ, ਤੁਸੀਂ ਮੈਨੂੰ ਇਹ ਗੋਲੀਆਂ ਖਿਲਾ ਕੇ ਮੈਨੂੰ ਚੁੱਪ ਕਰਾ ਦਿੰਦੇ ਹੋ। ਇਹਨਾਂ ਗੋਲੀਆਂ ਨਾਲ ਕੁਝ ਨਹੀਂ ਹੋਣ ਵਾਲਾ। ਤਾਂ ਪਾਪਾ ਕਹਿਣ ਲੱਗੇ, ਬੇਟੀ, ਇਹ ਜਾਦੂ ਦੀਆਂ ਗੋਲੀਆਂ ਹਨ, ਇਹ ਤੇਰੀ ਕਿਸਮਤ ਬਦਲ ਦੇਣਗੀਆਂ। ਮੈਂ ਗੁੱਸੇ ਨਾਲ ਪਾਪਾ ਵੱਲ ਵੇਖਿਆ ਜੋ ਪਤਾ ਨਹੀਂ ਕਿਸ ਜ਼ਮਾਨੇ ਦੀਆਂ ਗੱਲਾਂ ਕਰ ਰਹੇ ਸਨ।
ਹੁਣ ਤੱਕ ਉਹਨਾਂ ਗੋਲੀਆਂ ਨਾਲ ਨਾ ਮੇਰੀ ਕਿਸਮਤ ਬਦਲੀ ਸੀ ਅਤੇ ਨਾ ਹੀ ਮੇਰਾ ਵਿਆਹ ਹੋਇਆ ਸੀ। ਅਜਿਹਾ ਨਹੀਂ ਸੀ ਕਿ ਮੇਰੇ ਲਈ ਰਿਸ਼ਤੇ ਨਹੀਂ ਆਉਂਦੇ ਸਨ, ਪਰ ਪਤਾ ਨਹੀਂ ਕਿਉਂ ਰਿਸ਼ਤੇ ਵਾਲੇ ਹਮੇਸ਼ਾ ਮਨਾ ਕਰਕੇ ਚਲੇ ਜਾਂਦੇ ਸਨ, ਜਾਂ ਫਿਰ ਉਹਨਾਂ ਦੇ ਮਨਾ ਕਰਨ ਤੋਂ ਪਹਿਲਾਂ ਹੀ ਪਾਪਾ ਆਪ ਮਨਾ ਕਰ ਦਿੰਦੇ ਸਨ। ਸ਼ੁਰੂ ਵਿੱਚ ਪਾਪਾ ਨੇ ਜਦੋਂ ਮੈਨੂੰ ਇਹ ਗੋਲੀਆਂ ਖਿਲਾਉਣੀਆਂ ਸ਼ੁਰੂ ਕੀਤੀਆਂ ਸਨ ਤਾਂ ਮੈਂ ਬਹੁਤ ਹੈਰਾਨ ਹੁੰਦੀ ਸੀ, ਪਰ ਫਿਰ ਪਾਪਾ ਨੇ ਮੈਨੂੰ ਦੱਸਿਆ ਕਿ ਇਹਨਾਂ ਗੋਲੀਆਂ ਨਾਲ ਮੇਰੀ ਖੂਬਸੂਰਤੀ ਵਿੱਚ ਵਾਧਾ ਹੋਵੇਗਾ, ਇਸ ਨਾਲ ਮੇਰੇ ਚਿਹਰੇ 'ਤੇ ਦੁਬਾਰਾ ਰੌਣਕ ਆ ਜਾਵੇਗੀ। ਪਾਪਾ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਜਾਂਦੀ ਅਤੇ ਦੁੱਧ ਨਾਲ ਗੋਲੀਆਂ ਖਾ ਲੈਂਦੀ। ਥੋੜ੍ਹੀ ਹੀ ਦੇਰ ਵਿੱਚ ਮੈਨੂੰ ਗੂੜ੍ਹੀ ਨੀਂਦ ਆ ਜਾਂਦੀ ਸੀ, ਪਰ 5 ਸਾਲ ਗੁਜ਼ਰਨ ਦੇ ਬਾਅਦ ਵੀ ਮੇਰੀ ਕਿਸਮਤ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਸੀ ਅਤੇ ਨਾ ਹੀ ਮੇਰੇ ਘਰ ਕੋਈ ਬਰਾਤ ਲੈ ਕੇ ਆਇਆ ਸੀ। ਮੇਰੀ ਉਮਰ ਤਕਰੀਬਨ 38 ਸਾਲ ਹੋ ਚੁੱਕੀ ਸੀ ਅਤੇ ਇੱਕ ਕੁੜੀ ਲਈ ਇੰਨੀ ਜ਼ਿਆਦਾ ਉਮਰ ਵਿੱਚ ਰਿਸ਼ਤਾ ਆਉਣਾ ਬਹੁਤ ਔਖਾ ਸੀ। ਇਸ ਲਈ ਮੇਰੀਆਂ ਸਾਰੀਆਂ ਉਮੀਦਾਂ ਦਮ ਤੋੜ ਚੁੱਕੀਆਂ ਸਨ। ਮੈਂ ਹਰ ਵੇਲੇ ਘਰ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਲੁਕ ਕੇ ਹੰਝੂ ਵਹਾਉਂਦੀ ਰਹਿੰਦੀ ਸੀ। ਫਿਰ ਇੱਕ ਦਿਨ ਮੈਂ ਪਾਪਾ ਨੂੰ ਕਹਿ ਦਿੱਤਾ ਸੀ ਕਿ ਜੇਕਰ ਮੇਰਾ ਰਿਸ਼ਤਾ ਨਾ ਹੋਇਆ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ। ਪਾਪਾ ਨੇ ਮੇਰੀ ਹਾਲਤ ਦੇਖ ਕੇ ਮੈਨੂੰ ਉਹੀ 7 ਗੋਲੀਆਂ ਦੇ ਦਿੱਤੀਆਂ ਅਤੇ ਤਸੱਲੀ ਦੇ ਕੇ ਚਲੇ ਗਏ। ਦੂਜੇ ਦਿਨ ਕੁਝ ਰਿਸ਼ਤੇ ਵਾਲੇ ਸਾਡੇ ਘਰ ਆ ਗਏ। ਮੁੰਡੇ ਦੀ ਭੈਣ ਰਿਸ਼ਤਾ ਕਰਵਾਉਣ ਵਾਲੀ ਮਾਸੀ ਨਾਲ ਆਈ ਸੀ ਅਤੇ ਉਸਨੇ ਪਹਿਲੀ ਹੀ ਨਜ਼ਰ ਵਿੱਚ ਮੈਨੂੰ ਪਸੰਦ ਕਰ ਲਿਆ ਸੀ। ਇਹ ਗੱਲ ਮੇਰੇ ਲਈ ਬਹੁਤ ਹੈਰਾਨ ਕਰਨ ਵਾਲੀ ਸੀ। ਉਮਰ ਵਧਣ ਦੇ ਨਾਲ ਮੇਰੇ ਵਾਲ ਵੀ ਸਫੇਦ ਹੋਣ ਲੱਗੇ ਸਨ ਅਤੇ ਚਿਹਰੇ 'ਤੇ ਵੀ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਮੈਨੂੰ ਲੱਗਿਆ ਕਿ ਸ਼ਾਇਦ ਉਹਨਾਂ ਦਾ ਭਾਈ ਉਮਰ ਵਿੱਚ ਮੇਰੇ ਨਾਲੋਂ ਵੀ ਵੱਡਾ ਹੋਵੇਗਾ, ਜਾਂ ਫਿਰ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੋਵੇਗਾ, ਇਸ ਲਈ ਉਹਨਾਂ ਨੇ ਮੈਨੂੰ ਪਸੰਦ ਕਰ ਲਿਆ ਹੈ। ਪਰ ਜਿਵੇਂ ਹੀ ਮੁੰਡੇ ਦੀ ਫੋਟੋ ਮੇਰੇ ਹੱਥ ਵਿੱਚ ਆਈ ਤਾਂ ਮੇਰੇ ਹੋਸ਼ ਉੱਡ ਗਏ। ਉਹ ਤਾਂ ਉਮਰ ਵਿੱਚ ਮੇਰੇ ਤੋਂ ਬਹੁਤ ਛੋਟਾ ਸੀ ਅਤੇ ਜਵਾਨ ਮੁੰਡਾ ਸੀ। ਉਸ ਦੀ ਫੋਟੋ ਦੇਖ ਕੇ ਕੋਈ ਐਬ ਵੀ ਨਜ਼ਰ ਨਹੀਂ ਆ ਰਿਹਾ ਸੀ ਅਤੇ ਨਾ ਹੀ ਉਸ ਵਿੱਚ ਕੋਈ ਨੁਕਸ ਸੀ। ਮੈਂ ਬਹੁਤ ਹੈਰਾਨ ਪਰੇਸ਼ਾਨ ਸੀ ਅਤੇ ਵਾਰ-ਵਾਰ ਤਸਵੀਰ ਨੂੰ ਦੇਖ ਰਹੀ ਸੀ। ਫਿਰ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਮੈਂ ਇਹ ਗੱਲ ਪਾਪਾ ਨੂੰ ਦੱਸੀ ਤਾਂ ਉਹ ਹੱਸ ਕੇ ਕਹਿਣ ਲੱਗੇ ਕਿ ਤੇਰੀ ਕਿਸਮਤ ਖੁੱਲ੍ਹ ਗਈ ਹੈ, ਤੈਨੂੰ ਹੁਣ ਵੀ ਕੋਈ ਪਰੇਸ਼ਾਨੀ ਹੈ। ਪਾਪਾ ਨੇ ਇਸ ਰਿਸ਼ਤੇ ਲਈ ਜਿਵੇਂ ਹੀ ਹਾਮੀ ਭਰੀ ਤਾਂ ਮੈਂ ਖੁਸ਼ੀ ਨਾਲ ਬਾਗੋ ਬਾਗ ਹੋ ਗਈ। ਪਾਪਾ ਦੀਆਂ ਗੋਲੀਆਂ ਕੰਮ ਕਰ ਗਈਆਂ ਸਨ। ਪਾਪਾ ਨੇ 1 ਮਹੀਨੇ ਵਿੱਚ ਹੀ ਮੇਰਾ ਵਿਆਹ ਪੱਕਾ ਕਰ ਦਿੱਤਾ ਸੀ ਅਤੇ ਜਲਦੀ ਵਿਆਹ ਦੀਆਂ ਤਿਆਰੀਆਂ ਵੀ ਹੋ ਗਈਆਂ ਸਨ। ਪਾਪਾ ਨੇ ਮੈਨੂੰ ਖੁਦ ਆਪਣੇ ਹੱਥਾਂ ਨਾਲ ਵਿਦਾ ਕਰ ਦਿੱਤਾ ਸੀ ਅਤੇ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੈਂ ਆਪਣੇ ਬਾਪ ਦੇ ਘਰ ਤੋਂ ਵਿਦਾ ਹੋ ਕੇ ਆਪਣੇ ਪਤੀ ਦੇ ਘਰ ਆ ਗਈ ਹਾਂ। ਮੈਂ ਸੱਜ ਵਿਆਹੀ ਸੂਹੇ ਲਾਲ ਰੰਗ ਦੇ ਜੋੜੇ ਵਿੱਚ ਬੈਠੀ ਸੀ। ਭਾਵੇਂ ਮੇਰੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਸੀ, ਪਰ ਮੇਰੇ ਦਿਲ ਵਿੱਚ ਅਰਮਾਨ ਤਾਂ ਹਾਲੇ ਵੀ ਪਹਿਲਾਂ ਵਾਂਗੂ ਹੀ ਜਵਾਨ ਸਨ। ਇਹ ਮੇਰਾ ਪਹਿਲਾ ਵਿਆਹ ਸੀ ਅਤੇ ਇਸ ਵਿਆਹ ਨੂੰ ਲੈ ਕੇ ਮੈਂ ਬਹੁਤ ਸਾਲਾਂ ਤੱਕ ਸਬਰ ਕੀਤਾ ਸੀ ਅਤੇ ਅੱਜ ਜਦੋਂ ਇਹ ਰਾਤ ਆਈ ਸੀ ਤਾਂ ਮੈਂ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਸੀ। ਇੰਨੇ ਸਾਲਾਂ ਤੋਂ ਇਹ ਇੱਛਾ ਕਿਸੇ ਚੰਗਿਆੜੀ ਦੀ ਤਰ੍ਹਾਂ ਮੇਰੇ ਮਨ ਵਿੱਚ ਦਬੀ ਹੋਈ ਸੀ ਕਿ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਮਰਦ ਹੋਵੇ ਜੋ ਮੈਨੂੰ ਪਿਆਰ ਕਰੇ, ਮੈਨੂੰ ਸਮਝੇ, ਜਿਸ ਲਈ ਮੈਂ ਹੀ ਸਭ ਕੁਝ ਹੋਵਾਂ ਅਤੇ ਜੋ ਮੇਰੇ ਲਈ ਸਾਰੀ ਦੁਨੀਆ ਦੇ ਸਾਹਮਣੇ ਖੜਾ ਹੋ ਜਾਵੇ। ਅਤੇ ਅੱਜ ਇਹ ਚੰਗਿਆੜੀ ਪੁੱਜ ਗਈ ਸੀ ਕਿਉਂਕਿ ਮੈਂ ਰਵੀ ਨਾਲ ਵਿਆਹ ਕਰਕੇ ਉਸਦੇ ਘਰ ਆ ਗਈ ਸੀ। 38 ਸਾਲ ਦੀ ਉਮਰ ਵਿੱਚ ਦੁਲਹਨ ਬਣਨਾ ਇੱਕ ਅਲੱਗ ਹੀ ਤਜਰਬਾ ਸੀ ਅਤੇ ਵਾਰ-ਵਾਰ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਰਹੀ ਸੀ। ਮੈਨੂੰ ਬਹੁਤ ਚਿੰਤਾ ਵੀ ਹੋ ਰਹੀ ਸੀ ਕਿ ਮੈਂ ਕਿਤੇ ਜ਼ਿਆਦਾ ਉਮਰ ਦੀ ਤਾਂ ਨਹੀਂ ਲੱਗ ਰਹੀ। ਕਿਤੇ ਅਜਿਹਾ ਨਾ ਹੋਵੇ ਕਿ ਵਿਆਹ ਦੀ ਪਹਿਲੀ ਰਾਤ ਹੀ ਮੈਂ ਆਪਣੇ ਪਤੀ ਦੇ ਦਿਲ ਵਿੱਚ ਜਗ੍ਹਾ ਨਾ ਬਣਾ ਸਕਾਂ, ਉਹ ਮੈਨੂੰ ਬੁੱਢੀ ਹੀ ਨਾ ਸਮਝ ਬੈਠੇ। ਮੈਂ ਵਿਆਹ ਤੋਂ ਪਹਿਲਾਂ ਆਪਣੇ ਵਾਲ ਵੀ ਰੰਗਾ ਲਏ ਸਨ। ਜਿਵੇਂ ਹੀ ਮੈਨੂੰ ਦਰਵਾਜ਼ਾ ਖੁੱਲ੍ਹਣ ਦਾ ਅਹਿਸਾਸ ਹੋਇਆ ਤਾਂ ਮੈਂ ਘੁੰਡ ਕੱਢ ਕੇ ਬਿਸਤਰੇ 'ਤੇ ਬੈਠ ਗਈ ਅਤੇ ਆਪਣੇ ਆਪ ਨੂੰ ਤਸੱਲੀ ਦੇਣ ਲੱਗੀ ਕਿ ਅਜਿਹਾ ਕੁਝ ਨਹੀਂ ਹੋਵੇਗਾ। ਘੱਟ ਉਮਰ ਦੀਆਂ ਕੁੜੀਆਂ ਦੀ ਤਰ੍ਹਾਂ ਮੈਨੂੰ ਸ਼ਰਮਾਉਣਾ ਤਾਂ ਨਹੀਂ ਆਉਂਦਾ ਸੀ, ਪਰ ਮੈਂ ਨਜ਼ਰਾਂ ਝੁਕਾ ਕੇ ਬੈਠੀ ਸੀ। ਰਵੀ ਨੂੰ ਲੈ ਕੇ ਮੇਰੇ ਦਿਲ ਵਿੱਚ ਬਹੁਤ ਜਜ਼ਬਾਤ ਉੱਠ ਰਹੇ ਸਨ। ਮੈਂ ਬਹੁਤ ਬੇਸਬਰੀ ਨਾਲ ਉਹਨਾਂ ਦੇ ਨੇੜੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਰਵੀ ਮੇਰੇ ਕਮਰੇ ਵਿੱਚ ਆਇਆ ਅਤੇ ਮੇਰੇ ਕੋਲ ਆ ਕੇ ਬੈਠ ਗਿਆ। ਨਾ ਹੀ ਉਸਨੇ ਮੇਰਾ ਘੁੰਡ ਚੁੱਕਿਆ ਅਤੇ ਨਾ ਹੀ ਕੁਝ ਦੇਰ ਤੱਕ ਕੋਈ ਗੱਲਬਾਤ ਕੀਤੀ। ਮੈਨੂੰ ਅਜੀਬ ਜਿਹੀ ਘਬਰਾਹਟ ਹੋਣ ਲੱਗੀ ਕਿ ਉਹ ਉਮਰ ਵਿੱਚ ਮੇਰੇ ਤੋਂ ਛੋਟਾ ਸੀ ਅਤੇ ਬਹੁਤ ਖੂਬਸੂਰਤ ਵੀ ਸੀ। ਮੈਨੂੰ ਇਹ ਡਰ ਲੱਗ ਰਿਹਾ ਸੀ ਕਿ ਕਿਤੇ ਉਹਨਾਂ ਦੇ ਘਰ ਵਾਲਿਆਂ ਨੇ ਜ਼ਬਰਦਸਤੀ ਸਾਡਾ ਵਿਆਹ ਨਾ ਕਰ ਦਿੱਤਾ ਹੋਵੇ। ਦਰਅਸਲ ਵਿਆਹ ਤੋਂ ਪਹਿਲਾਂ ਮੇਰੀ ਅਤੇ ਰਵੀ ਦੀ ਕੋਈ ਮੁਲਾਕਾਤ ਵੀ ਨਹੀਂ ਹੋਈ ਸੀ।
ਅਸੀਂ ਸਿਰਫ ਇੱਕ ਦੂਜੇ ਦੀਆਂ ਤਸਵੀਰਾਂ ਹੀ ਦੇਖੀਆਂ ਸਨ। ਕੁਝ ਦੇਰ ਤੱਕ ਜਦੋਂ ਰਵੀ ਦੇ ਮੂੰਹ ਵਿੱਚੋਂ ਕੋਈ ਸ਼ਬਦ ਨਾ ਨਿਕਲਿਆ ਤਾਂ ਮੈਂ ਆਪ ਹੀ ਆਪਣਾ ਘੁੰਡ ਚੁੱਕ ਲਿਆ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਮੈਨੂੰ ਆਪਣੇ ਲਈ ਤਿਰਸਕਾਰ ਦਾ ਭਾਵ ਨਜ਼ਰ ਆਇਆ ਸੀ। ਮੇਰਾ ਸਾਰਾ ਸਰੀਰ ਠੰਡਾ ਪੈ ਗਿਆ ਸੀ। ਮੈਨੂੰ ਅਹਿਸਾਸ ਹੋ ਗਿਆ ਸੀ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਵਿਆਹ ਕੀਤਾ ਹੈ। ਮੈਂ ਤੁਰੰਤ ਰਵੀ ਦਾ ਹੱਥ ਫੜ ਲਿਆ ਅਤੇ ਉਹਨਾਂ ਨੂੰ ਯਕੀਨ ਦਿਵਾਉਣਾ ਚਾਹਿਆ ਕਿ ਮੈਂ ਸਾਰੀ ਜ਼ਿੰਦਗੀ ਉਹਨਾਂ ਦੀ ਵਫਾਦਾਰ ਰਹਾਂਗੀ ਅਤੇ ਉਹਨਾਂ ਦੀ ਸੇਵਾ ਕਰਾਂਗੀ। ਉਹ ਬਸ ਮੈਨੂੰ ਇੱਕ ਮੌਕਾ ਦੇ ਦੇਣ। ਮੇਰੀ ਗੱਲ ਸੁਣ ਕੇ ਉਹ ਅਜੀਬ ਜਿਹੇ ਅੰਦਾਜ਼ ਵਿੱਚ ਹੱਸ ਪਿਆ ਅਤੇ ਕਹਿਣ ਲੱਗਿਆ, ਤੈਨੂੰ ਮੌਕਾ ਦੇਣ ਦੀ ਕੀ ਜ਼ਰੂਰਤ ਹੈ? ਤੂੰ ਤਾਂ ਪਹਿਲਾਂ ਤੋਂ ਹੀ ਇੱਕ ਤਜਰਬੇਕਾਰ ਔਰਤ ਹੈ। ਰਵੀ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਈ। ਮੈਨੂੰ ਲੱਗਿਆ ਕਿ ਸ਼ਾਇਦ ਉਹ ਮੈਨੂੰ ਮੇਰੀ ਵੱਧ ਉਮਰ ਦਾ ਤਾਨਾ ਦੇ ਰਿਹਾ ਹੈ, ਕਿਉਂਕਿ ਮੈਂ ਉਮਰ ਵਿੱਚ ਉਸ ਤੋਂ ਤਕਰੀਬਨ 7 ਸਾਲ ਵੱਡੀ ਸੀ ਅਤੇ ਸ਼ਾਇਦ ਇਸੇ ਫਰਕ ਕਰਕੇ ਉਹ ਮੈਨੂੰ ਨਹੀਂ ਅਪਣਾ ਸਕੇਗਾ। ਪਰ ਅਸਲ ਵਿੱਚ ਗੱਲ ਕੁਝ ਹੋਰ ਹੀ ਸੀ। ਰਵੀ ਨੇ ਆਪਣਾ ਮੋਬਾਈਲ ਫੋਨ ਕੱਢਿਆ ਅਤੇ ਸਕਰੀਨ 'ਤੇ ਕੁਝ ਬਟਨ ਦਬਾਉਣ ਤੋਂ ਬਾਅਦ ਜਿਵੇਂ ਹੀ ਉਹਨਾਂ ਨੇ ਆਪਣੇ ਫ਼ੋਨ ਨੂੰ ਮੇਰੇ ਸਾਹਮਣੇ ਰੱਖਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹਨਾਂ ਦੇ ਮੋਬਾਈਲ ਫੋਨ ਦੀ ਸਕਰੀਨ 'ਤੇ ਕੋਈ ਹੋਰ ਨਹੀਂ ਬਲਕਿ ਮੈਂ ਸੀ ਅਤੇ ਜੋ ਕੁਝ ਵੀ ਮੈਂ ਦੇਖ ਰਹੀ ਸੀ ਉਸ ਨੂੰ ਦੇਖ ਕੇ ਮੇਰੇ ਤਾਂ ਰੌਂਗਟੇ ਖੜ੍ਹੇ ਹੋ ਗਏ ਸਨ। ਮੇਰੀ ਅਜਿਹੀ ਫੋਟੋ ਰਵੀ ਦੇ ਮੋਬਾਈਲ ਵਿੱਚ ਕਿਵੇਂ ਪਹੁੰਚੀ ਸੀ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਹੈਰਾਨੀ ਅਤੇ ਹੰਝੂਆਂ ਨਾਲ ਭਰੀਆਂ ਹੋਈਆਂ ਨਜ਼ਰਾਂ ਨਾਲ ਰਵੀ ਵੱਲ ਵੇਖਿਆ ਅਤੇ ਉਹਨਾਂ ਨੂੰ ਪੁੱਛਿਆ ਕਿ ਇਹ ਸਭ ਕੀ ਹੈ। ਤਾਂ ਉਹ ਨਫ਼ਰਤ ਭਰੀ ਆਵਾਜ਼ ਵਿੱਚ ਬੋਲਿਆ ਕਿ ਇਹ ਤਾਂ ਮੈਨੂੰ ਤੂੰ ਦੱਸੇਂਗੀ ਕਿ ਇਹ ਸਭ ਕੁਝ ਕੀ ਹੈ। ਤੇਰੀ ਅਜਿਹੀ ਤਸਵੀਰ ਮੇਰੇ ਕੋਲ ਮੌਜੂਦ ਹੈ ਅਤੇ ਤੂੰ ਮੈਨੂੰ ਪੁੱਛ ਰਹੀ ਹੈ। ਤੂੰ ਆਪ ਦੇਖ ਕਿ ਇਹ ਤੇਰੀ ਤਸਵੀਰ ਹੈ। ਇਸ ਵਿੱਚ ਕੀ ਨਜ਼ਰ ਆ ਰਿਹਾ ਹੈ? ਇਹ ਤਸਵੀਰ ਆਪ ਚੀਕ ਚੀਕ ਕੇ ਦੱਸ ਰਹੀ ਹੈ ਕਿ ਤੂੰ ਤਾਂ ਪਹਿਲਾਂ ਤੋਂ ਹੀ। ਰਵੀ ਨੇ ਨਫ਼ਰਤ ਨਾਲ ਆਪਣਾ ਮੂੰਹ ਫੇਰ ਲਿਆ ਅਤੇ ਕਹਿਣ ਲੱਗਿਆ, ਤੂੰ ਤਾਂ ਪਹਿਲਾਂ ਤੋਂ ਹੀ ਪੂਰੀ ਤਜਰਬੇਕਾਰ ਹੈ। ਜੇਕਰ ਮੈਨੂੰ ਵਿਆਹ ਤੋਂ ਪਹਿਲਾਂ ਇਹ ਫੋਟੋ ਮਿਲ ਜਾਂਦੀ ਤਾਂ ਮੈਂ ਤੇਰੇ ਨਾਲ ਕਦੇ ਵੀ ਵਿਆਹ ਕਰਨ ਬਾਰੇ ਨਹੀਂ ਸੋਚਦਾ। ਮੈਂ ਤਾਂ ਇਹ ਸੋਚ ਕੇ ਤੈਨੂੰ ਅਪਣਾਇਆ ਸੀ ਕਿ ਤੂੰ ਇੱਕ ਕੁਆਰੀ ਕੁੜੀ ਹੈ ਜਿਸ ਦਾ ਹੁਣ ਤੱਕ ਵਿਆਹ ਨਹੀਂ ਹੋਇਆ ਹੈ। ਮੈਂ ਤੈਨੂੰ ਆਸਰਾ ਦੇਵਾਂਗਾ ਅਤੇ ਅਸੀਂ ਇਕੱਠੇ ਇੱਕ ਵਧੀਆ ਜ਼ਿੰਦਗੀ ਗੁਜ਼ਾਰਾਂਗੇ। ਪਰ ਮੈਨੂੰ ਕੀ ਪਤਾ ਸੀ ਕਿ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਤੇਰੀ ਅਜਿਹੀ ਤਸਵੀਰ ਮਿਲੇਗੀ ਜਿਸ ਨੂੰ ਦੇਖ ਕੇ ਮੇਰੇ ਸਿਰ 'ਤੇ ਅਸਮਾਨ ਡਿੱਗ ਜਾਵੇਗਾ। ਅੱਜ ਮੈਨੂੰ ਪਤਾ ਚੱਲ ਗਿਆ ਹੈ ਕਿ ਤੂੰ ਕਿਹੋ ਜਿਹੀ ਔਰਤ ਹੈ। ਅੱਜ ਦੀ ਰਾਤ ਇਸ ਤਰ੍ਹਾਂ ਘੁੰਡ ਵਿੱਚ ਬੈਠੀ ਹੈ ਜਿਵੇਂ ਬਹੁਤ ਸ਼ਰਮ ਵਾਲੀ ਹੋਵੇਂ। ਜੇਕਰ ਤੂੰ ਇਹ ਸਭ ਕੁਝ ਪਹਿਲਾਂ ਹੀ ਕਰ ਚੁੱਕੀ ਸੀ ਤਾਂ ਫਿਰ ਮੇਰੇ ਨਾਲ ਵਿਆਹ ਕਿਉਂ ਕੀਤਾ ਅਤੇ ਆਪਣੇ ਆਪ ਨੂੰ ਕੁਆਰੀ ਜ਼ਾਹਿਰ ਕਰਨ ਦਾ ਡਰਾਮਾ ਕਿਉਂ ਕੀਤਾ? ਰਵੀ ਦੇ ਇਹਨਾਂ ਕੌੜੇ ਸ਼ਬਦਾਂ ਦੇ ਕੰਢਿਆਂ ਨੇ ਮੇਰੇ ਬੁੱਲ੍ਹਾਂ ਨੂੰ ਸਿਉਂ ਦਿੱਤਾ ਸੀ। ਮੈਂ ਖਾਮੋਸ਼ੀ ਨਾਲ ਉਹਨਾਂ ਦੇ ਚਿਹਰੇ ਵੱਲ ਵੇਖ ਰਹੀ ਸੀ। ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਮੇਰੀ ਜ਼ੁਬਾਨ ਮੇਰਾ ਸਾਥ ਨਹੀਂ ਦੇ ਰਹੀ ਸੀ। ਕੁਝ ਦੇਰ ਪਹਿਲਾਂ ਜੋ ਅਹਿਸਾਸ ਅਤੇ ਜਜ਼ਬਾਤ ਮੇਰੇ ਦਿਲ ਵਿੱਚ ਸਨ ਉਹ ਸਭ ਖਤਮ ਹੋ ਗਏ ਸਨ ਅਤੇ ਹੁਣ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਂ ਰਵੀ ਨੂੰ ਕੀ ਕਹਾਂ। ਬਹੁਤ ਸਾਰੇ ਸ਼ਬਦ ਜੋ ਮੈਂ ਪਿਛਲੇ 1 ਮਹੀਨੇ ਤੋਂ ਬੋਲਣ ਦੀ ਪ੍ਰੈਕਟਿਸ ਕਰ ਰਹੀ ਸੀ ਅਤੇ ਉਹ ਸਾਰੀਆਂ ਗੱਲਾਂ ਜੋ ਮੈਂ ਰਵੀ ਨੂੰ ਕਹਿਣੀਆਂ ਸਨ ਉਹ ਸਭ ਕੁਝ ਕਿਤੇ ਗੁੰਮ ਹੋ ਗਏ ਸਨ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਅਜਿਹੀ ਤਸਵੀਰ ਮੇਰੇ ਪਤੀ ਕੋਲ ਕਿੱਥੋਂ ਆਈ ਸੀ, ਪਰ ਹੁਣ ਸਭ ਕੁਝ ਖਤਮ ਹੋ ਚੁੱਕਿਆ ਸੀ। ਰਵੀ ਹੁਣ ਮੈਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਰੱਖਣਾ ਚਾਹੁੰਦਾ ਸੀ ਅਤੇ ਇਸੇ ਗੱਲ ਨੇ ਮੇਰੀ ਜਾਨ ਕੱਢ ਦਿੱਤੀ ਸੀ। ਬਹੁਤ ਮਿੰਨਤਾਂ ਮੁਰਾਦਾਂ ਮੰਗਣ ਤੋਂ ਬਾਅਦ ਇਸ ਉਮਰ ਵਿੱਚ ਆ ਕੇ ਮੇਰਾ ਵਿਆਹ ਹੋਇਆ ਸੀ, ਪਰ ਪਹਿਲੀ ਹੀ ਰਾਤ ਵਿੱਚ ਸਭ ਕੁਝ ਖਤਮ ਹੋ ਗਿਆ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਗਿਰ ਰਹੇ ਸਨ। ਮੇਰੀ ਤਸਵੀਰ ਹਾਲੇ ਵੀ ਮੇਰੇ ਸਾਹਮਣੇ ਖੁੱਲ੍ਹੀ ਪਈ ਸੀ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ ਕਿਉਂਕਿ ਇਸ ਤੋਂ ਜ਼ਿਆਦਾ ਮੈਂ ਉਸ ਤਸਵੀਰ ਨੂੰ ਨਹੀਂ ਦੇਖ ਸਕਦੀ ਸੀ। ਰਵੀ ਕਹਿਣ ਲੱਗਿਆ, ਤੂੰ ਤਾਂ ਬਹੁਤ ਧੋਖੇਬਾਜ਼ ਨਿਕਲੀ। ਪਤਾ ਨਹੀਂ ਕਿਸ ਨਾਲ। ਉਸ ਦੀ ਪੂਰੀ ਗੱਲ ਸੁਣੇ ਬਿਨਾਂ ਹੀ ਮੈਂ ਆਪਣੇ ਕੰਨਾਂ 'ਤੇ ਹੱਥ ਰੱਖ ਲਏ। ਉਸ ਦੇ ਸ਼ਬਦ ਮੇਰੀ ਰੂਹ ਨੂੰ ਛਲਣੀ ਕਰ ਰਹੇ ਸਨ। ਮੇਰਾ ਅਤੀਤ ਤਾਂ ਬਹੁਤ ਮੁਸ਼ਕਿਲਾਂ ਨਾਲ ਗੁਜ਼ਰਿਆ ਸੀ ਅਤੇ ਹੁਣ ਵੀ ਮੈਨੂੰ ਕੰਡੇ ਹੀ ਮਿਲੇ ਸਨ। ਮੈਂ ਅੱਖਾਂ ਬੰਦ ਕਰਕੇ ਗੁਜ਼ਰੇ ਸਮੇਂ ਬਾਰੇ ਸੋਚ ਰਹੀ ਸੀ ਜਿੱਥੇ ਮੈਨੂੰ ਇੱਕ ਪਲ ਲਈ ਵੀ ਚੈਨ ਨਹੀਂ ਮਿਲ ਸਕਿਆ ਸੀ ਅਤੇ ਹੁਣ ਜਦੋਂ ਮੈਂ ਸੁੱਖ ਦਾ ਸਾਹ ਲੈਣ ਬਾਰੇ ਸੋਚਿਆ ਸੀ ਤਾਂ ਹੁਣ ਵੀ ਸਭ ਕੁਝ ਤਹਿਸ-ਨਹਿਸ ਹੋ ਗਿਆ ਸੀ। ਮੇਰਾ ਨਾਂ ਪਾਇਲ ਹੈ। ਮੇਰਾ ਸੰਬੰਧ ਪੰਜਾਬ ਨਾਲ ਹੈ। ਮੇਰੇ ਮਾਂ-ਬਾਪ ਬਹੁਤ ਚੰਗੇ ਅਤੇ ਪਿਆਰ ਕਰਨ ਵਾਲੇ ਸਨ, ਪਰ ਕਿਸਮਤ ਨੇ ਸਾਨੂੰ ਅਚਾਨਕ ਧੋਖਾ ਦੇ ਦਿੱਤਾ ਅਤੇ ਮੇਰੀ ਮੰਮੀ ਮੇਰੇ ਭਾਈ ਦੇ ਪੈਦਾ ਹੋਣ ਤੋਂ ਬਾਅਦ ਸਾਨੂੰ ਛੱਡ ਕੇ ਹਮੇਸ਼ਾ ਲਈ ਇਸ ਦੁਨੀਆ ਤੋਂ ਚਲੀ ਗਈ।
ਬਹੁਤ ਛੋਟੀ ਉਮਰ ਵਿੱਚ ਮੇਰੇ ਉੱਪਰ ਸਾਰੇ ਘਰ ਦੀ ਜ਼ਿੰਮੇਵਾਰੀ ਆ ਗਈ ਸੀ। ਆਪਣੇ ਭਾਈ ਨੂੰ ਵੀ ਮੈਂ ਹੀ ਸੰਭਾਲਣਾ ਸੀ, ਕਿਉਂਕਿ ਪਾਪਾ ਤਾਂ ਨੌਕਰੀ ਕਰਦੇ ਸਨ। ਉਹ ਸਵੇਰੇ ਘਰ ਤੋਂ ਨਿਕਲ ਜਾਂਦੇ ਤੇ ਸ਼ਾਮ ਨੂੰ ਵਾਪਸ ਆਉਂਦੇ। ਮੈਂ ਆਪਣੇ 8 ਸਾਲ ਛੋਟੇ ਭਾਈ ਨੂੰ ਸਾਰਾ ਦਿਨ ਸੰਭਾਲਦੀ। ਨਾ ਹੀ ਮੈਂ ਆਪਣੇ ਬਚਪਨ ਦੀ ਕੋਈ ਖੁਸ਼ੀ ਦੇਖੀ ਅਤੇ ਨਾ ਹੀ ਖਿਡੌਣਿਆਂ ਨਾਲ ਖੇਡੀ। ਮੈਨੂੰ ਤਾਂ ਘਰ ਅਤੇ ਭਾਈ ਦੀ ਜ਼ਿੰਮੇਵਾਰੀ ਤੋਂ ਹੀ ਫੁਰਸਤ ਨਹੀਂ ਸੀ। ਪਾਪਾ ਨੇ ਮੈਨੂੰ ਸਕੂਲ ਵੀ ਨਹੀਂ ਭੇਜਿਆ ਸੀ, ਕਿਉਂਕਿ ਜੇਕਰ ਮੈਂ ਸਕੂਲ ਚਲੀ ਜਾਂਦੀ ਤਾਂ ਘਰ ਨੂੰ ਕੌਣ ਸੰਭਾਲਦਾ। ਇਸ ਲਈ ਮੈਂ ਅਨਪੜ੍ਹ ਹੀ ਰਹਿ ਗਈ। ਮੈਂ ਆਪਣਾ ਸਾਰਾ ਧਿਆਨ ਆਪਣੇ ਭਾਈ ਉੱਤੇ ਹੀ ਦੇ ਦਿੱਤਾ। ਮੇਰਾ ਛੋਟਾ ਭਾਈ ਬਹੁਤ ਸ਼ਰਾਰਤੀ ਸੀ। ਘਰ ਦੇ ਕੰਮ-ਕਾਜ ਦੇ ਨਾਲ-ਨਾਲ ਮੈਂ ਉਸ ਉੱਤੇ ਪੂਰੀ ਨਜ਼ਰ ਰੱਖਦੀ ਸੀ, ਪਰ ਜੇਕਰ ਕਦੇ ਕੋਈ ਥੋੜ੍ਹੀ ਜਿਹੀ ਵੀ ਬੇਧਿਆਨੀ ਹੋ ਜਾਂਦੀ ਅਤੇ ਭਾਈ ਨੂੰ ਮਾਮੂਲੀ ਜਿਹੀ ਸੱਟ ਵੀ ਲੱਗ ਜਾਂਦੀ ਤਾਂ ਪਾਪਾ ਮੈਨੂੰ ਬੁਰੀ ਤਰ੍ਹਾਂ ਕੁੱਟਦੇ ਸਨ। ਪਾਪਾ ਨੂੰ ਮੇਰਾ ਛੋਟਾ ਭਾਈ ਬਹੁਤ ਪਿਆਰਾ ਸੀ। ਉਸ ਨੂੰ ਜੇਕਰ ਇੱਕ ਝਰੀਟ ਵੀ ਲੱਗ ਜਾਂਦੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ, ਜਦੋਂ ਕਿ ਮੇਰੀ ਵੱਡੀ ਤੋਂ ਵੱਡੀ ਤਕਲੀਫ ਵੀ ਪਾਪਾ ਨੂੰ ਨਜ਼ਰ ਨਹੀਂ ਆਉਂਦੀ ਸੀ। ਘੱਟ ਉਮਰ ਵਿੱਚ ਹੀ ਚੁੱਲ੍ਹਾ ਚੌਕਾ ਕਰਨ ਕਰਕੇ ਮੇਰੇ ਹੱਥ ਜਗ੍ਹਾ-ਜਗ੍ਹਾ ਤੋਂ ਜਲ ਚੁੱਕੇ ਸਨ, ਪਰ ਪਾਪਾ ਨੇ ਕਦੇ ਵੀ ਮੇਰੇ ਇਹਨਾਂ ਜਲੇ ਹੱਥਾਂ 'ਤੇ ਧਿਆਨ ਨਹੀਂ ਦਿੱਤਾ ਸੀ ਅਤੇ ਨਾ ਹੀ ਕਦੇ ਮੇਰਾ ਦਰਦ ਮਹਿਸੂਸ ਕੀਤਾ ਸੀ। ਮੈਂ ਭਾਵੇਂ ਬਿਮਾਰ ਹੁੰਦੀ ਜਾਂ ਦੁਖੀ ਹੁੰਦੀ, ਹਮੇਸ਼ਾ ਰਸੋਈ ਵਿੱਚ ਹੀ ਹੰਝੂ ਵਹਾਉਂਦੀ ਰਹਿੰਦੀ ਸੀ ਜਾਂ ਫਿਰ ਆਪਣੀ ਮਾਂ ਦੇ ਕੱਪੜਿਆਂ ਵਿੱਚ ਜਾ ਕੇ ਲਿਪਟ ਜਾਂਦੀ। ਇਸ ਦੇ ਇਲਾਵਾ ਮੇਰੇ ਕੋਲ ਹੋਰ ਕੋਈ ਆਸਰਾ ਨਹੀਂ ਸੀ। ਮੈਂ ਆਪਣੀ ਖੁਸ਼ੀ ਅਤੇ ਗਮ ਨੂੰ ਇੱਕ ਪਾਸੇ ਰੱਖ ਕੇ ਆਪਣੇ ਭਾਈ ਨੂੰ ਵੱਡਾ ਕਰਨ ਵਿੱਚ ਸਾਰਾ ਜ਼ੋਰ ਲਗਾ ਦਿੱਤਾ ਸੀ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ ਤਾਂ ਬਹੁਤ ਜਿੱਦੀ ਵੀ ਹੁੰਦਾ ਜਾ ਰਿਹਾ ਸੀ। ਉਸ ਦੀ ਵੱਡੀ ਤੋਂ ਵੱਡੀ ਗਲਤੀ ਨੂੰ ਵੀ ਪਾਪਾ ਨਜ਼ਰਅੰਦਾਜ਼ ਕਰ ਦਿੰਦੇ ਸਨ। ਉਸ ਨੂੰ ਗਲਤ ਕੰਮ ਕਰਨ ਤੋਂ ਵੀ ਨਹੀਂ ਰੋਕਦੇ ਸਨ। ਇਸੇ ਗੱਲ ਨੇ ਉਸ ਨੂੰ ਬਹੁਤ ਵਿਗਾੜ ਦਿੱਤਾ ਸੀ। ਮੈਂ ਜਦੋਂ ਵੀ ਉਸ ਨੂੰ ਕੁਝ ਚੰਗਾ ਸਿਖਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਪਾਪਾ ਨੂੰ ਮੇਰੀ ਝੂਠੀ ਸ਼ਿਕਾਇਤ ਕਰ ਦਿੰਦਾ ਅਤੇ ਪਾਪਾ ਡੰਡਾ ਚੁੱਕ ਕੇ ਮੈਨੂੰ ਮਾਰਨ ਲਈ ਖੜ੍ਹੇ ਹੋ ਜਾਂਦੇ। ਮੇਰੇ ਭਾਈ ਨੇ ਜਦੋਂ 10ਵੀਂ ਦੇ ਪੇਪਰ ਦਿੱਤੇ ਤਾਂ ਉਸਦੇ ਵਧੀਆ ਨੰਬਰ ਆਏ ਸਨ, ਇਸ ਲਈ ਉਸਦਾ ਦਾਖਲਾ ਕਿਸੇ ਵਧੀਆ ਕਾਲਜ ਵਿੱਚ ਨਾ ਹੋ ਸਕਿਆ। ਇਸ ਲਈ ਪਾਪਾ ਨੇ ਕਿਸੇ ਹੋਰ ਦੂਰ ਦੇ ਕਾਲਜ ਵਿੱਚ ਉਸਦਾ ਐਡਮਿਸ਼ਨ ਕਰਵਾ ਦਿੱਤਾ। ਫਿਰ ਉਹ ਹੋਸਟਲ ਵਿੱਚ ਰਹਿਣ ਲੱਗਿਆ ਅਤੇ ਮੈਂ ਪਾਪਾ ਦੇ ਨਾਲ ਘਰ ਵਿੱਚ ਇਕੱਲੀ ਰਹਿ ਗਈ ਸੀ। ਮੇਰੇ ਭਾਈ ਦੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਉਸਦੇ ਹੋਣ ਨਾਲ ਹੀ ਮੇਰੀ ਜ਼ਿੰਦਗੀ ਵਿੱਚ ਕੁਝ ਰੰਗ ਸਨ। ਹੁਣ ਤਾਂ ਇਹ ਘਰ ਸੁੰਨਾ ਹੋ ਗਿਆ ਸੀ। ਭਾਈ ਦੇ ਜਾਣ ਤੋਂ ਬਾਅਦ ਪਾਪਾ ਨੂੰ ਮੇਰੀ ਫਿਕਰ ਹੋਣ ਲੱਗੀ ਸੀ। ਉਹ ਉੱਠਦੇ ਬੈਠਦੇ ਮੈਨੂੰ ਪੁੱਛਣ ਲੱਗੇ ਸਨ ਅਤੇ ਇਸ ਗੱਲ ਨੇ ਮੈਨੂੰ ਖੁਸ਼ ਕਰ ਦਿੱਤਾ ਸੀ। ਅਕਸਰ ਪਾਪਾ ਮੇਰੇ ਕਮਰੇ ਵਿੱਚ ਆ ਜਾਂਦੇ ਅਤੇ ਘੰਟਿਆਂ ਤੱਕ ਮੇਰੇ ਨਾਲ ਬੈਠੇ ਗੱਲਾਂ ਕਰਦੇ ਰਹਿੰਦੇ। ਜਿਵੇਂ-ਜਿਵੇਂ ਉਹਨਾਂ ਦੀ ਉਮਰ ਵੱਧਦੀ ਜਾ ਰਹੀ ਸੀ, ਉਹਨਾਂ ਦੇ ਸੁਭਾਅ ਵਿੱਚ ਵੀ ਬਦਲਾਅ ਆ ਰਿਹਾ ਸੀ ਅਤੇ ਮੈਂ ਉਹਨਾਂ ਦੇ ਇਸ ਬਦਲਾਅ ਵਿੱਚ ਆਪਣੇ ਲਈ ਪਿਆਰ ਮਹਿਸੂਸ ਕਰਨ ਲੱਗੀ ਸੀ ਅਤੇ ਇਸ ਗੱਲ ਨੇ ਮੈਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਸੀ। ਮੇਰੇ ਭਾਈ ਨੂੰ ਗਏ 5 ਸਾਲ ਹੋਣ ਵਾਲੇ ਸਨ, ਪਰ ਉਹ ਮੁੜ ਕੇ ਵਾਪਸ ਨਹੀਂ ਆਇਆ ਸੀ। ਪਾਪਾ ਉਸ ਨੂੰ ਹਰ ਮਹੀਨੇ ਪੈਸੇ ਭੇਜਦੇ ਰਹਿੰਦੇ ਸਨ। ਮੈਂ ਜਦੋਂ ਵੀ ਉਹਨਾਂ ਨੂੰ ਕਹਿੰਦੀ ਕਿ ਉਹ ਭਾਈ ਨੂੰ ਵਾਪਸ ਬੁਲਾ ਲੈਣ ਤਾਂ ਉਹ ਮਨਾ ਕਰ ਦਿੰਦੇ ਅਤੇ ਪਿਆਰ ਨਾਲ ਕਹਿੰਦੇ ਕਿ ਮੇਰੇ ਕੋਲ ਤਾਂ ਮੇਰੀ ਧੀ ਹੈ। ਪਰ ਜਲਦੀ ਹੀ ਪਾਪਾ ਦੇ ਇਸ ਪਿਆਰ ਭਰੇ ਵਰਤਾਓ ਦਾ ਰਾਜ਼ ਵੀ ਖੁੱਲ੍ਹ ਕੇ ਮੇਰੇ ਸਾਹਮਣੇ ਆ ਗਿਆ ਸੀ, ਕਿਉਂਕਿ ਮੇਰੇ ਭਾਈ ਨੇ ਕਿਸੇ ਅਮੀਰ ਕੁੜੀ ਨਾਲ ਵਿਆਹ ਕਰ ਲਿਆ ਸੀ ਅਤੇ ਉਹ ਉਸੇ ਦੇ ਬੰਗਲੇ ਵਿੱਚ ਸ਼ਿਫਟ ਹੋ ਗਿਆ ਸੀ। ਉਹ ਹੁਣ ਵਾਪਸ ਨਹੀਂ ਆਉਣਾ ਚਾਹੁੰਦਾ ਸੀ ਅਤੇ ਨਾ ਹੀ ਸਾਡੇ ਨਾਲ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਸੀ, ਪਰ ਆਪਣੇ ਮੁੰਡੇ ਦਾ ਭਰਮ ਕਾਇਮ ਰੱਖਣ ਲਈ ਪਾਪਾ ਨੇ ਇਹ ਗੱਲ ਮੇਰੇ ਤੋਂ ਲੁਕੋ ਲਈ ਸੀ। ਮੈਂ ਪਾਪਾ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਉਹਨਾਂ ਨੂੰ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਦੀ ਹਰ ਗੱਲ ਲਈ ਮਾफ़ ਕਰ ਚੁੱਕੀ ਸੀ, ਇਸ ਲਈ ਮੈਂ ਉਹਨਾਂ ਨਾਲ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰ ਰਹੀ ਸੀ। ਪਰ ਕੁਝ ਸਮੇਂ ਬਾਅਦ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਪਾਪਾ ਮੇਰੇ ਲਈ ਆਉਣ ਵਾਲੇ ਹਰ ਰਿਸ਼ਤੇ ਨੂੰ ਮਨਾ ਕਰ ਦਿੰਦੇ ਹਨ ਜਾਂ ਰਿਸ਼ਤੇ ਵਾਲੇ ਆਪ ਹੀ ਮਨਾ ਕਰਕੇ ਚਲੇ ਜਾਂਦੇ ਹਨ। ਕੁਝ ਸਾਲਾਂ ਤੱਕ ਇਹ ਸਿਲਸਿਲਾ ਇੰਝ ਹੀ ਚੱਲਦਾ ਰਿਹਾ ਅਤੇ ਪਾਪਾ ਨੇ ਵਿਆਹ ਦੇ ਨਾਮ 'ਤੇ ਮੈਨੂੰ ਉਹ ਗੋਲੀਆਂ ਖਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਬੜੀ ਮੁਸ਼ਕਿਲ ਨਾਲ ਜਦੋਂ ਰਵੀ ਨਾਲ ਮੇਰਾ ਵਿਆਹ ਹੋਇਆ ਤਾਂ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਆਪਣੀ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਕਿ ਜਿਸ ਤੋਂ ਬਾਅਦ ਮੈਂ ਆਪਣੇ ਆਪ ਨਾਲ ਨਜ਼ਰਾਂ ਮਿਲਾਉਣ ਦੇ ਕਾਬਿਲ ਵੀ ਨਹੀਂ ਰਹੀ ਸੀ। ਮੈਂ ਲੜਖੜਾਉਂਦੇ ਹੋਏ ਸ਼ਬਦਾਂ ਵਿੱਚ ਰਵੀ ਨੂੰ ਦੱਸਣਾ ਚਾਹਿਆ ਕਿ ਇਹ ਤਸਵੀਰ ਮੇਰੀ ਨਹੀਂ ਹੈ ਅਤੇ ਨਾ ਹੀ ਮੈਨੂੰ ਇਸ ਦੇ ਬਾਰੇ ਵਿੱਚ ਕੁਝ ਪਤਾ ਹੈ। ਮੇਰੀ ਗੱਲ ਸੁਣ ਕੇ ਰਵੀ ਨੇ ਕਿਹਾ ਕਿ ਤੂੰ ਤਾਂ ਬੜੀ ਢੀਠ ਹੈ ਜੋ ਝੂਠ ਤੇ ਝੂਠ ਬੋਲਦੀ ਜਾ ਰਹੀ ਹੈ। ਧਿਆਨ ਨਾਲ ਦੇਖ, ਇਹ ਤੇਰਾ ਹੀ ਕਮਰਾ ਹੈ, ਤੇਰਾ ਹੀ ਬੈੱਡ ਹੈ। ਮੈਂ ਧਿਆਨ ਨਾਲ ਦੇਖਿਆ ਤਾਂ ਸੱਚਮੁੱਚ ਹੀ ਉਹ ਮੇਰਾ ਹੀ ਕਮਰਾ ਸੀ। ਕੰਧ ਦਾ ਉਹੀ ਉਖੜਿਆ ਹੋਇਆ ਨੀਲਾ ਰੰਗ ਮੇਰੀ ਬਰਬਾਦੀ ਦੀ ਕਹਾਣੀ ਸੁਣਾ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਅਜਿਹੀ ਤਸਵੀਰ ਕਦੋਂ ਅਤੇ ਕਿਸ ਨੇ ਖਿੱਚੀ ਸੀ,
ਪਰ ਰਵੀ ਨੇ ਮੇਰੀ ਗੱਲ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਰਵੀ ਨੇ ਮੈਨੂੰ ਕਿਹਾ ਕਿ ਮੈਂ ਇੱਕ ਰਾਤ ਉਹਨਾਂ ਦੇ ਘਰ ਗੁਜ਼ਾਰ ਸਕਦੀ ਹਾਂ, ਪਰ ਸਵੇਰ ਹੁੰਦੇ ਹੀ ਸਾਡਾ ਕੋਈ ਸਬੰਧ ਨਹੀਂ ਰਹੇਗਾ। ਇਹ ਗੱਲ ਸੁਣ ਕੇ ਮੈਂ ਟੁੱਟ ਚੁੱਕੀ ਸੀ। ਮੈਂ ਵਾਪਸ ਆਪਣੇ ਪਾਪਾ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ। ਮੈਂ ਰਵੀ ਦੇ ਪੈਰਾਂ ਵਿੱਚ ਬੈਠ ਕੇ ਹੱਥ ਜੋੜ ਕੇ ਮਿੰਨਤਾਂ ਕਰਨ ਲੱਗੀ ਕਿ ਇਹ ਤਸਵੀਰ ਮੇਰੀ ਨਹੀਂ ਹੈ ਅਤੇ ਨਾ ਹੀ ਮੈਂ ਕੋਈ ਗਿਰੀ ਹੋਈ ਘਟੀਆ ਕੁੜੀ ਹਾਂ। ਮੈਂ ਤਾਂ ਇੱਜ਼ਤ ਨਾਲ ਤੁਹਾਡੇ ਨਾਲ ਵਿਆਹ ਕੀਤਾ ਹੈ ਅਤੇ ਤੁਹਾਡੇ ਨਾਲ ਹੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹਾਂ। ਪਰ ਰਵੀ 'ਤੇ ਮੇਰੀ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਮੇਰੀ ਸਾਰੀ ਰਾਤ ਰਵੀ ਦੀਆਂ ਮਿੰਨਤਾਂ ਕਰਨ ਵਿੱਚ ਹੀ ਗੁਜ਼ਰ ਗਈ ਸੀ। ਸਵੇਰ ਦੇ ਵੇਲੇ ਜਦੋਂ ਉਹਨਾਂ ਦੀ ਵੱਡੀ ਭੈਣ ਸਾਡੇ ਕਮਰੇ ਵਿੱਚ ਆਈ ਤਾਂ ਰਵੀ ਨੇ ਉਹਨਾਂ ਨੂੰ ਸਾਰੀ ਹਕੀਕਤ ਦੱਸ ਕੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਕਿ ਉਹ ਹੁਣ ਮੈਨੂੰ ਆਪਣੀ ਜ਼ਿੰਦਗੀ ਵਿੱਚ ਬਰਦਾਸ਼ਤ ਨਹੀਂ ਕਰ ਸਕਦਾ। ਰਵੀ ਦੀ ਵੱਡੀ ਭੈਣ ਨੇ ਮੇਰੀ ਵੀ ਸਾਰੀ ਗੱਲ ਸੁਣੀ ਅਤੇ ਰਵੀ ਨੂੰ ਕਿਹਾ ਕਿ ਜਲਦਬਾਜ਼ੀ ਵਿੱਚ ਕੋਈ ਗਲਤ ਫੈਸਲਾ ਕਰਨ ਦੀ ਜ਼ਰੂਰਤ ਨਹੀਂ ਹੈ। ਆਪਾਂ ਆਰਾਮ ਨਾਲ ਇਸ ਪਰੇਸ਼ਾਨੀ ਦਾ ਹੱਲ ਕੱਢਾਂਗੇ, ਕਿਉਂਕਿ ਪਾਇਲ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਇਹ ਉਸ ਦੀ ਤਸਵੀਰ ਹੈ। ਸਾਨੂੰ ਪਹਿਲਾਂ ਪੂਰੇ ਸੱਚ ਦਾ ਪਤਾ ਲਗਾਉਣਾ ਚਾਹੀਦਾ ਹੈ। ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਿੱਚ ਆ ਕੇ ਅਸੀਂ ਇੱਕ ਬੇਕਸੂਰ ਨਾਲ ਨਾਇਨਸਾਫੀ ਕਰ ਬੈਠੀਏ। ਰਵੀ ਦੀ ਭੈਣ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਕਿ ਮੇਰੀ ਤਸਵੀਰ ਦੇਖਣ ਦੇ ਬਾਵਜੂਦ ਵੀ ਉਹ ਮੇਰੇ ਖਿਲਾਫ ਨਹੀਂ ਹੋਈ ਸੀ, ਬਲਕਿ ਮੈਨੂੰ ਇੱਕ ਮੌਕਾ ਦੇਣਾ ਚਾਹੁੰਦੀ ਸੀ। ਬਹੁਤ ਨਰਮੀ ਨਾਲ ਉਹ ਮੈਨੂੰ ਪੁੱਛਣ ਲੱਗੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੇ ਤੇਰੀ ਤਸਵੀਰ ਬਣਾਈ ਹੋਵੇ ਅਤੇ ਤੈਨੂੰ ਪਤਾ ਵੀ ਨਾ ਹੋਵੇ। ਕੀ ਤੂੰ ਕੋਈ ਨੀਂਦ ਦੀ ਦਵਾਈ ਲੈਂਦੀ ਹੈ? ਮੈਂ ਦੀਦੀ ਨੂੰ ਦੱਸਿਆ ਕਿ ਅਜਿਹੀ ਤਾਂ ਕੋਈ ਗੱਲ ਨਹੀਂ ਹੈ, ਪਰ ਜਦੋਂ ਵੀ ਮੈਂ ਪਾਪਾ ਦੀਆਂ ਦਿੱਤੀਆਂ ਹੋਈਆਂ ਗੋਲੀਆਂ ਖਾਂਦੀ ਹਾਂ ਤਾਂ ਮੈਨੂੰ ਬਹੁਤ ਗੂੜੀ ਨੀਂਦ ਆਉਂਦੀ ਹੈ। ਮੇਰੀ ਗੱਲ ਸੁਣ ਕੇ ਦੀਦੀ ਹੈਰਾਨੀ ਨਾਲ ਮੈਨੂੰ ਪੁੱਛਣ ਲੱਗੀ ਕਿ ਤੇਰੇ ਪਾਪਾ ਤੈਨੂੰ ਕਿਹੜੀਆਂ ਗੋਲੀਆਂ ਖਿਲਾਉਂਦੇ ਹਨ? ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਮੈਨੂੰ ਵਿਆਹ ਦੇ ਲਈ 7 ਗੋਲੀਆਂ ਖਿਲਾਉਂਦੇ ਹਨ। ਮੇਰੀ ਇਹ ਗੱਲ ਸੁਣ ਕੇ ਰਵੀ ਅਤੇ ਦੀਦੀ ਦੋਵੇਂ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ ਕਿ ਅਜਿਹੀ ਕਿਹੜੀ ਗੋਲੀ ਆਉਂਦੀ ਹੈ? ਤੂੰ ਸ਼ਾਇਦ ਪੜ੍ਹੀ ਲਿਖੀ ਨਹੀਂ ਹੈ ਅਤੇ ਸਾਰੀ ਜ਼ਿੰਦਗੀ ਆਪਣੇ ਪਾਪਾ ਨਾਲ ਘਰ ਵਿੱਚ ਹੀ ਰਹੀ ਹੈ, ਇਸ ਲਈ ਉਹਨਾਂ ਦੀਆਂ ਗੱਲਾਂ 'ਤੇ ਯਕੀਨ ਕਰਦੀ ਚਲੀ ਗਈ। ਜ਼ਰੂਰ ਦਾਲ ਵਿੱਚ ਕੁਝ ਨਾ ਕੁਝ ਕਾਲਾ ਤਾਂ ਹੈ, ਕਿਉਂਕਿ ਤੇਰੇ ਪਾਪਾ ਤੇਰਾ ਵਿਆਹ ਨਹੀਂ ਕਰਨਾ ਚਾਹੁੰਦੇ ਸਨ। ਇਹ ਗੱਲ ਮੈਨੂੰ ਰਿਸ਼ਤੇ ਕਰਵਾਉਣ ਵਾਲੀ ਆਂਟੀ ਨੇ ਦੱਸੀ ਸੀ ਕਿ ਤੇਰੇ ਬਾਪ ਨੇ ਅੱਜ ਤੱਕ ਤੇਰੇ ਘਰ ਆਉਣ ਵਾਲੇ ਹਰ ਰਿਸ਼ਤੇ ਨੂੰ ਆਪ ਮਨਾ ਕੀਤਾ ਸੀ। ਜੇਕਰ ਤੈਨੂੰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਤਸਵੀਰ ਤੂੰ ਆਪਣੀ ਮਰਜ਼ੀ ਨਾਲ ਨਹੀਂ ਖਿਚਵਾਈ, ਤਾਂ ਅਸੀਂ ਹੁਣੇ ਸੱਚ ਦਾ ਪਤਾ ਲਗਾ ਲੈਂਦੇ ਹਾਂ। ਰਵੀ ਨੇ ਪਹਿਲਾਂ ਤਾਂ ਇਸ ਗੱਲ ਦਾ ਪਤਾ ਲਗਾਇਆ ਕਿ ਇਹ ਤਸਵੀਰ ਉਸਦੇ ਕੋਲ ਕਿੱਥੋਂ ਆਈ ਹੈ ਅਤੇ ਫਿਰ ਉਸ ਨੂੰ ਪਤਾ ਲੱਗ ਗਿਆ ਕਿ ਇਹ ਤਸਵੀਰ ਕਿਸੇ ਹੋਰ ਨੇ ਨਹੀਂ ਬਲਕਿ ਮੇਰੇ ਪਾਪਾ ਨੇ ਭੇਜੀ ਹੈ ਅਤੇ ਇਸ ਤਸਵੀਰ ਵਿੱਚ ਮੈਂ ਆਪਣੇ ਹੀ ਕਮਰੇ ਵਿੱਚ ਆਪਣੇ ਹੀ ਬੈੱਡ 'ਤੇ ਮੌਜੂਦ ਸੀ ਅਤੇ ਮੇਰੇ ਨਾਲ ਕੋਈ ਮਰਦ ਵੀ ਸੀ ਜਿਸ ਦਾ ਚਿਹਰਾ ਤਸਵੀਰ ਵਿੱਚ ਨਹੀਂ ਸੀ। ਮੈਂ ਆਪਣੇ ਬੈੱਡ 'ਤੇ ਜਿਸ ਹਾਲਤ ਵਿੱਚ ਪਈ ਸੀ ਉਹ ਦੇਖ ਕੇ ਮੈਂ ਸ਼ਰਮਿੰਦਗੀ ਨਾਲ ਜ਼ਮੀਨ ਵਿੱਚ ਧੱਸਦੀ ਜਾ ਰਹੀ ਸੀ। ਜਦੋਂ ਰਵੀ ਨੂੰ ਪਤਾ ਲੱਗਿਆ ਕਿ ਇਹ ਤਸਵੀਰ ਮੇਰੇ ਪਾਪਾ ਨੇ ਭੇਜੀ ਹੈ ਤਾਂ ਉਹਨਾਂ ਨੇ ਮੇਰੇ ਪਾਪਾ ਨੂੰ ਬੁਲਾਇਆ ਅਤੇ ਕਿਹਾ ਕਿ ਮੈਂ ਕਿਸੇ ਕੀਮਤ 'ਤੇ ਵੀ ਪਾਇਲ ਨੂੰ ਨਹੀਂ ਛੱਡਾਂਗਾ, ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਸਾਰਾ ਸੱਚ ਆਪ ਹੀ ਦੱਸ ਦੇਵੋ। ਮੇਰੇ ਪਾਪਾ ਨੇ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ ਅਤੇ ਕਹਿਣ ਲੱਗੇ ਕਿ ਮੈਂ ਪਾਇਲ ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਆਪਣੇ ਇਕਲੌਤੇ ਮੁੰਡੇ ਨੂੰ ਮੈਂ ਇਹ ਸੋਚ ਕੇ ਬਹੁਤ ਪਿਆਰ ਨਾਲ ਵੱਡਾ ਕੀਤਾ ਸੀ ਕਿ ਉਹ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ, ਪਰ ਉਹ ਮੈਨੂੰ ਛੱਡ ਕੇ ਚਲਾ ਗਿਆ। ਮੈਂ ਉਮਰ ਦੇ ਇਸ ਹਿੱਸੇ ਵਿੱਚ ਇਕੱਲਾ ਨਹੀਂ ਰਹਿਣਾ ਚਾਹੁੰਦਾ ਸੀ, ਇਸ ਲਈ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਕਦੇ ਵੀ ਪਾਇਲ ਦਾ ਵਿਆਹ ਨਹੀਂ ਕਰਾਂਗਾ। ਪਰ ਫਿਰ ਵਿਆਹ ਦੇ ਨਾਮ 'ਤੇ ਪਾਇਲ ਨੇ ਜਦੋਂ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਤਾਂ ਮੈਂ ਮਜਬੂਰ ਹੋ ਕੇ ਇਹ ਦਿਖਾਉਣ ਲਈ ਕਿ ਮੈਂ ਉਸਦੇ ਵਿਆਹ ਦੇ ਖਿਲਾਫ ਨਹੀਂ ਹਾਂ, ਇਸ ਦਾ ਵਿਆਹ ਤੇਰੇ ਨਾਲ ਕਰਵਾ ਦਿੱਤਾ। ਪਰ ਸੱਚ ਤਾਂ ਇਹ ਹੈ ਕਿ ਮੈਂ ਕਦੇ ਵੀ ਨਹੀਂ ਚਾਹੁੰਦਾ ਸੀ ਕਿ ਪਾਇਲ ਦਾ ਵਿਆਹ ਹੋਵੇ ਅਤੇ ਉਹ ਆਪਣੇ ਸਹੁਰੇ ਘਰ ਚਲੀ ਜਾਵੇ। ਇਸ ਲਈ ਮੈਂ ਜਾਣਬੁੱਝ ਕੇ ਪਾਇਲ ਦੀਆਂ ਅਜਿਹੀਆਂ ਫੋਟੋਆਂ ਖਿੱਚੀਆਂ ਅਤੇ ਤੈਨੂੰ ਭੇਜ ਦਿੱਤੀਆਂ। ਇਹਨਾਂ ਤਸਵੀਰਾਂ ਵਿੱਚ ਪਾਇਲ ਨਾਲ ਕੋਈ ਹੋਰ ਨਹੀਂ ਬਲਕਿ ਮੈਂ ਹਾਂ। ਪਾਇਲ ਨੀਂਦ ਦੀਆਂ ਗੋਲੀਆਂ ਦੇ ਅਸਰ ਵਿੱਚ ਸੀ, ਉਹੀ ਗੋਲੀਆਂ ਜੋ ਵਿਆਹ ਦੇ ਨਾਮ 'ਤੇ ਮੈਂ ਇਸ ਨੂੰ ਖਿਲਾ ਕੇ ਸੁਲਾ ਦਿੰਦਾ ਸੀ। ਮੈਂ ਸੋਚਿਆ ਸੀ ਕਿ ਪਾਇਲ ਦੀ ਅਜਿਹੀ ਤਸਵੀਰ ਦੇਖ ਕੇ ਤੂੰ ਤੁਰੰਤ ਉਸ ਤੋਂ ਤਲਾਕ ਲੈ ਲਵੇਂਗਾ, ਪਰ ਜਦੋਂ ਸਾਰੀ ਰਾਤ ਇੰਤਜ਼ਾਰ ਕਰਨ ਤੋਂ ਬਾਅਦ ਵੀ ਪਾਇਲ ਘਰ ਨਹੀਂ ਆਈ ਤਾਂ ਮੈਂ ਸਮਝ ਗਿਆ ਸੀ ਕਿ ਤੂੰ ਦੂਸਰੇ ਮਰਦਾਂ ਵਰਗਾ ਨਹੀਂ ਹੈ। ਆਪਣੇ ਬਾਪ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਸਨ। ਉਹਨਾਂ ਨੇ ਸਿਰਫ ਆਪਣੇ ਬੁਢਾਪੇ ਨੂੰ ਬਚਾਉਣ ਲਈ ਮੇਰਾ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਨੂੰ ਨਾ ਹੀ ਮੇਰੀ ਖੁਆਇਸ਼ਾਂ ਦੀ ਪਰਵਾਹ ਸੀ ਅਤੇ ਨਾ ਹੀ ਮੇਰੇ ਜਜ਼ਬਾਤਾਂ ਦਾ ਅਹਿਸਾਸ ਸੀ। ਜੇਕਰ ਦੀਦੀ ਸਮਝਦਾਰੀ ਨਾਲ ਕੰਮ ਨਾ ਲੈਂਦੀ ਤਾਂ ਸ਼ਾਇਦ ਮੇਰਾ ਘਰ ਤਬਾਹ ਹੋ ਜਾਂਦਾ ਅਤੇ ਪਾਪਾ ਆਪਣੇ ਪਲਾਨ ਵਿੱਚ ਕਾਮਯਾਬ ਹੋ ਜਾਂਦੇ।
ਰਵੀ ਨੇ ਕਿਹਾ ਕਿ ਇੱਕ ਤਸਵੀਰ ਨੂੰ ਦੇਖ ਕੇ ਉਹਨਾਂ ਨੇ ਮੇਰੇ ਬਾਰੇ ਵਿੱਚ ਬਹੁਤ ਗਲਤਫਹਿਮੀ ਪੈਦਾ ਕਰ ਲਈ ਸੀ। ਇਸ ਲਈ ਉਹਨਾਂ ਨੇ ਮੇਰੇ ਤੋਂ ਮਾफ़ੀ ਮੰਗਦੇ ਹੋਏ ਮੈਨੂੰ ਗਲੇ ਲਗਾ ਲਿਆ ਸੀ। ਮੈਂ ਆਪਣੀ ਦੀਦੀ ਦੀ ਬਹੁਤ ਸ਼ੁਕਰਗੁਜ਼ਾਰ ਸੀ, ਜਿਨ੍ਹਾਂ ਨੇ ਇੱਕ ਰਵਾਇਤੀ ਨਣਦ ਦਾ ਕਿਰਦਾਰ ਨਹੀਂ ਨਿਭਾਇਆ ਸੀ। ਮੈਂ ਆਪਣੇ ਪਾਪਾ ਨੂੰ ਮਾफ़ ਕਰ ਦਿੱਤਾ ਸੀ, ਕਿਉਂਕਿ ਉਹ ਭਾਵੇਂ ਕਿਹੋ ਜਿਹੇ ਵੀ ਸਨ, ਪਰ ਹੈ ਤਾਂ ਮੇਰੇ ਪਾਪਾ ਹੀ ਸਨ, ਅਤੇ ਉਹਨਾਂ ਨੇ ਜੋ ਕੁਝ ਵੀ ਕੀਤਾ ਸੀ ਉਹ ਇਕੱਲੇਪਨ ਦੇ ਡਰ ਤੋਂ ਕੀਤਾ ਸੀ। ਕੀ ਤੁਸੀਂ ਵੀ ਕਦੇ ਅਜਿਹੇ ਮਾਂ-ਬਾਪ ਨੂੰ ਦੇਖਿਆ ਹੈ ਜੋ ਆਪਣੀ ਔਲਾਦ ਦਾ ਵਿਆਹ ਕਰਨ ਤੋਂ ਡਰਦੇ ਹੋਣ? ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਧੰਨਵਾਦ।